ਅਖਬਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਪੰਥ ਦੇ ਬਾਨੀ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਪੁੱਤਰਾਂ ਦੇ ਦਾਨੀ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਪੰਥ ਦੇ ਬਾਨੀ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਪੁੱਤਰਾਂ ਦੇ ਦਾਨੀ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਪੰਥ ਦੇ ਬਾਨੀ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਪੁੱਤਰਾਂ ਦੇ ਦਾਨੀ ਨੇ। ਅੱਜ ਆਉਣਾ ਕਲਗੀਆਂ ਵਾਲੇ 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 ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਨੇ। ਪਰਮ ਸਤਿਕਾਰਯੋਗ ਗੁਰਾਂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਭ ਕਮਾਲ ਦਸਮ ਗੁਰੂ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਅਨੰਦਪੁਰ ਨੂੰ ਭਾਗ ਲਾਉਣ ਵਾਲੇ, ਪਟਨੇ ਦੀ ਧਰਤੀ ਨੂੰ ਭਾਗ ਲਾਉਣ ਵਾਲੇ, ਚਮਕੌਰ ਦੀ ਗੜੀ ਵਿੱਚ ਮੁਬਾਰਕ ਚਰਨ ਪਾਉਣੇ ਪੁੱਤਰਾਂ ਦੇ ਦਾਨੀ, ਮਾਛੀਵਾੜੇ ਦੇ ਠੰਡੇ ਜੰਗਲਾਂ ਵਿੱਚ ਪੈ ਕੇ ਖਾਲਸੇ ਦੀ ਸੁੱਖ ਮੰਨਣ ਵਾਲੇ ਗੁਰੂ, ਆਪਣਾ ਪਰਿਵਾਰ ਵਾਰ ਕੇ ਖਾਲਸੇ ਦੀ ਸੁੱਖ ਮੰਗਣ ਵਾਲੇ ਗੁਰੂ, 1699 ਦੀ ਵਿਸਾਖੀ ਨੂੰ 80,000 ਦੇ ਇਕੱਠ ਵਿੱਚੋਂ 5 ਸਿੱਖ ਪੈਦਾ ਕਰਨ ਵਾਲੇ ਗੁਰੂ, ਮਾਤਾ ਗੁਜਰੀ ਜੀ ਦੇ ਲਖ ਤੇ ਗੋਬਿੰਦ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਅੱਖ ਦੇ ਤਾਰੇ, ਧੰਨ 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 ਸੰਤ ਸਿਪਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਾਗਮਨ ਪੁਰਬ ਹੈ। ਅੱਜ ਪੋਹ ਸੁਦੀ ਸੱਤੇ ਦੇਸੀ ਮਹੀਨਾ ਜਿਹੜਾ ਸਾਡਾ, ਭਾਵੇਂ ਇੱਕ ਮਹੀਨਾ ਇਹ ਕੁਝ ਕਿਸੇ ਕਾਰਨਾਂ ਕਰਕੇ ਅੱਗੇ ਪਿੱਛੇ ਹੋ ਗਿਆ, ਪਰ ਅਸਲ ਜਿਹੜਾ ਨਾ ਉਹ ਪੋਹ ਸੁਦੀ ਸੱਤੇ, ਅੱਜ 7 ਦਿਨ ਹੋ ਗਏ ਸੰਗਰਾਂਦ ਲੰਘੀ ਨੂੰ, ਭਾਵ ਅੱਜ 7 ਫੱਗਣ ਹੈ, ਵਾਹਿਗੁਰੂ ਜੀ ਮਾਘ ਹੈ, ਕਿਉਂਕਿ ਮਾਘ ਦਾ ਮਹੀਨਾ ਚੱਲਦਾ। ਤੇ ਉਹ ਜੇ ਦੇਸੀ ਮਹੀਨਿਆਂ ਮੁਤਾਬਕ ਲਾਈਏ ਤਾਂ ਇਹ ਜਿਹੜਾ ਨਾ ਹੁਣ ਪੋਹ, ਅੱਜ 7 ਪੋਹ ਹੈ। ਦੇਖੋ ਅੱਜ ਵਾਲੇ ਦਿਨ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪੋਹ ਸੁਦੀ ਸੱਤੇ ਦਾ ਜਨਮ ਦਿਨ, ਤੇ ਪੋਹ 7 ਪੋਹ ਨੂੰ 6 ਤੇ 7 ਪੋਹ ਦੀ ਵਿਚਕਾਰਲੀ ਰਾਤ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ। ਅੱਗੇ ਜਿਹੜਾ ਦਸੰਬਰ ਵਿੱਚ ਜਾਂ ਜਨਵਰੀ ਵਿੱਚ ਕਈ ਐਸੇ ਚਲੋ ਹੈ ਜਿਹੜੇ ਲੋਕ ਸਿੱਖ ਕਹਾਂਗੇ, ਗੁਰੂ ਕੇ ਸਿੱਖ ਨੇ, ਉਹ ਵੀ ਜਿਹੜੇ 5 ਜਨਵਰੀ ਦਾ ਮਨਾਉਂਦੇ ਤਾਂ ਦਿਹਾੜਾ ਹੀ ਹੈ ਨਾ ਗੁਰੂ ਦਾ,
ਚਾਹੇ 5 ਜਨਵਰੀ ਦਾ ਮਨਾ ਦੇਣ, 6 ਦਾ ਮਨਾ ਦੇਣ, 7 ਦਾ ਮਨਾ ਦੇਣ, ਆਪਾਂ 20 ਦਾ ਅੱਜ ਮਨਾਈ ਜਾਂਦੇ ਹਾਂ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਗ ਸੰਸਾਰ ਤੇ ਆਏ, ਧੰਨ ਮਾਤਾ ਗੁਜਰੀ ਜੀ ਦੀ ਪਾਵਨ ਪਵਿੱਤਰ ਕੁੱਖ ਨੂੰ ਭਾਗ ਲਾਏ ਮਹਾਰਾਜ ਜੀ ਨੇ ਅੱਜ ਵਾਲੇ ਦਿਨ। ਕਿੱਡਾ ਕੁ ਵੱਡਾ ਭਾਗਾਂ ਵਾਲਾ ਦਿਨ ਹੋਣਾ ਹੈ। ਅੱਜ ਉਸ ਪਟਨੇ ਦੀ ਧਰਤੀ ਨੂੰ ਲੋਕ ਜਾ ਕੇ ਨਤਮਸਤਕ ਹੁੰਦੇ ਨੇ ਤੇ ਨਾਲ ਉੱਥੋਂ ਦੀ ਧੂੜੀ ਚੁੱਕ ਚੁੱਕ ਕੇ ਆਪਣੇ ਮੱਥੇ ਨੂੰ ਲਾਉਂਦੇ ਨੇ। ਉਹ ਅੱਜ ਦੇ ਦਿਨ ਪੰਥ ਦਾ ਬਾਲੀ, ਪੰਥ ਦੀ ਸੁਖ ਮੰਗਣ ਵਾਲਾ ਗੁਰੂ ਆਪ ਨੰਗੇ ਪੈਰੀ ਰਹਿ ਕੇ ਕਹਿੰਦੇ ਪੰਥ ਬਸੇ ਮੈਂ ਉਜੜਾ ਮਨ ਚਾਓ ਕਨੇਰਾ। ਆਪ ਕੰਡਿਆਂ ਦੀ ਛੇਜ ਉੱਤੇ ਪੈ ਕੇ ਕਹਿੰਦੇ ਮੇਰਾ ਪੰਥ ਸੁਖੀ ਵਸੇ। ਆਪਣੇ 2 ਪੁੱਤਰ ਲਖ ਤੇ ਗੋਬਿੰਦ ਚਮਕੌਰ ਦੀ ਗੜੀ ਵਿੱਚ ਬਾਰ ਕੇ ਕਹਿੰਦਾ ਲੋਕਾਂ ਦੇ ਪੁੱਤਰਾਂ ਦੇ ਸਿਰ ਤੇ ਕਲਗੀਆਂ ਸਜਣ ਮੇਰਾ ਗੁਰੂ ਇਹੋ ਜਿਹਾ ਹੈ। ਆਪਣੇ 2 ਪੁੱਤਰ ਸ਼ਹੀਦ ਕਰਵਾ ਕੇ ਵਾਹਿਗੁਰੂ ਜੀ ਉਸ ਸੂਬਾ ਸਰਹੰਦ ਦੀ ਕੰਧ ਵਿੱਚ ਸ਼ਹੀਦ ਕਰਵਾ ਦਿੱਤੇ। ਤੇ ਬਾਜਾਂ ਵਾਲਾ ਕਹਿੰਦਾ ਸਿੱਖੋ ਤੁਸੀਂ ਆਪਣੇ ਪੁੱਤਰਾਂ ਦੇ ਜਨਮ ਦਿਨ ਮਨਾਓ, ਆਪਣੇ ਪੁੱਤਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੋ। ਅੱਜ ਉਸ ਮਰਦ ਅਗੰਬੜੇ ਗੁਰੂ ਦਾ ਬਾਹ ਪ੍ਰਗਟਿਓ, ਮਰਦ ਅਗੰਬੜਾ ਬਰਿਆਮ ਕੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਓ ਆਪਣੇ ਇਤਿਹਾਸ ਨਾਲ ਜਿਹੜਾ ਉਹ ਜੁੜੀਏ। ਕੱਲ੍ਹ ਇੱਥੇ ਇਤਿਹਾਸ ਛੱਡਿਆ ਸੀ, ਦੁਸ਼ਟ ਦਮਨ ਗੁਰੂ ਉਸ 33 ਕਰੋੜ ਦੇਵੀ ਦੇਵਤੇ ਦੇ ਬਵਾਨ ਦੇ ਵਿੱਚ ਬੈਠਾ ਹੈ ਤੇ ਆਪਣੀ ਬਾਣੀ ਫਿਰ ਮਹਾਰਾਜ ਨੇ ਲਿਖ ਕੇ ਕਿਹਾ ਪਹੁ ਪੁਨ ਬ੍ਰਿਸ਼ਟ ਗਗਨ ਤੇ ਭਈ ਸਬੈ ਨਿਆਨ ਵਧਾਈ ਦੇਈ। ਕਹਿੰਦੇ ਫੁੱਲਾਂ ਦੀ ਵਰਖਾ ਹੋਈ, ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮੈਂ ਜੈਸੇ ਛਾਈ। ਇਹ ਵੀ ਅੱਡੋ ਅੱਡੀ ਵਿਸ਼ਾ ਹਰ ਇੱਕ ਗੱਲ ਦਾ। ਗੁਰੂ ਨੂੰ ਅਨੁਭਵ ਕਰਨਾ, ਆਪਣੇ ਮਨ ਦੇ ਨਾਲ ਗੁਰੂ ਨੂੰ ਅਨੁਭਵ ਕਰਨਾ। ਗੁਰੂ ਤੇਗ ਬਹਾਦਰ ਮਹਾਰਾਜ ਦਾ ਇਹ ਪਵਿੱਤਰ ਸ਼ਲੋਕ ਹੈ ਜਿਹਦੇ ਵਿੱਚ ਕਹਿੰਦੇ ਨੇ ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮੈਂ ਜੈਸੇ ਸਾਈ। ਕਹਿੰਦੇ ਜਿਹੜਾ ਫੁੱਲ ਹੈ ਨਾ, ਫੁੱਲ ਉਹਦੇ ਵਿੱਚ ਸੁਗੰਧੀ ਹੈ। ਉਸ ਫੁੱਲ ਨੂੰ ਤੁਸੀਂ ਆਪਣਾ ਹੱਥ ਲਾ ਦਿਓ, ਤੁਹਾਨੂੰ ਸੁਗੰਧੀ ਦਾ ਨਹੀਂ ਪਤਾ ਲੱਗਣਾ। ਬਾਂਹ ਲਾ ਦਿਓ, ਗੋਡਾ ਲਾ ਦਿਓ, ਉਸ ਫੁੱਲ ਨੂੰ ਨਹੀਂ ਪਤਾ ਲੱਗਣਾ। ਪਰ ਜਦੋਂ ਤੁਸੀਂ ਉਸ ਫੁੱਲ ਨੂੰ ਤੋੜ ਕੇ ਆਪਣੀ ਨਾਸਿਕਾ ਕੋਲੇ ਲਾਓਗੇ ਨਾ, ਫਿਰ ਤੁਹਾਨੂੰ ਸੁਗੰਧੀ ਆ ਜਾਊ। ਪਰਮਾਤਮਾ ਨੇ ਨੱਕ ਇਸ ਵਾਸਤੇ ਦਿੱਤਾ ਹੈ ਵੀ ਜਦੋਂ ਤੁਸੀਂ ਫੁੱਲ ਨੂੰ ਤੋੜੋਗੇ ਨਾ, ਇਸ ਤਰ੍ਹਾਂ ਆਪਣੀ ਨਸਾਂ ਕੋਲੇ ਕਰੋਗੇ, ਫਿਰ ਉਹਦੇ ਵਿੱਚ ਇੱਕ ਬੜੀ ਪਵਿੱਤਰ ਸੁਗੰਧੀ ਆਵੇਗੀ। ਐ ਸਿੱਖਾ ਜਦੋਂ ਤੇਰਾ ਮਨ ਗੁਰੂ ਦੇ ਨਾਲ ਜੁੜ ਗਿਆ, ਫਿਰ ਤੈਨੂੰ ਕੈਸਾ ਆਨੰਦ ਆਵੇਗਾ। ਮਨ ਜੋੜਨਾ ਹੈ, ਹੱਥ ਪੈਰ ਨਹੀਂ ਜੋੜਦੇ, ਮਨ ਜੋੜਨਾ ਗੁਰੂ ਦੇ ਨਾਲ। ਅੱਗੇ ਫਿਰ ਸਵਾਦਿਸ਼ਟ ਭੋਜਨ ਬਣਾ ਦਿਓ ਤੁਸੀਂ, ਵਧੀਆ ਭੋਜਨ, ਖੀਰ ਪ੍ਰਸ਼ਾਦ, ਪ੍ਰਸ਼ਾਦੇ ਵਧੀਆ, ਦਾਲਾਂ ਸਬਜ਼ੀਆਂ ਵਧੀਆ ਬਣਾ ਦਿਓ। ਕੌਲਾ ਭਰ ਕੇ ਤੁਸੀਂ ਉਹਦਾ ਰੱਖ ਲਿਓ, ਦਾਲ ਸਬਜ਼ੀ ਦਾ ਪ੍ਰਸ਼ਾਦੇ ਰੱਖ ਦਿਓ। ਹੱਥ ਲਾਇਓ, ਤੁਹਾਨੂੰ ਪਤਾ ਨਹੀਂ ਲੱਗਣਾ ਇਹਦੇ ਵਿੱਚ ਕਿੰਨਾ ਕੁ ਨੂਣ ਹੈ, ਕਿੰਨੀਆਂ ਕੁ ਮਿਰਚਾਂ ਨੇ। ਤੇ ਫਿਰ ਭਾਵੇਂ ਤੁਸੀਂ ਮੱਥਾ ਲਾਇਓ, ਕੂਣੀਆਂ ਲਾ ਲਿਓ, ਗੋਡੇ ਲਾ ਦਿਓ, ਪੈਰ ਲਾਇਓ ਤੁਸੀਂ ਉਸ ਕੌਲੇ ਵਿੱਚ, ਨਹੀਂ ਤੁਹਾਨੂੰ ਪਤਾ ਲੱਗਣਾ। ਪਰ ਅਗਰ ਤੁਸੀਂ ਉਹਦਾ ਚਮਚਾ ਭਰ ਕੇ ਦਾਲ ਦਾ ਸਬਜ਼ੀ ਦਾ ਜਦੋਂ ਤੁਸੀਂ ਆਪਣੇ ਮੁਖ ਵਿੱਚ ਪਾਓਗੇ, ਤੁਹਾਨੂੰ ਉਸੇ ਵਕਤ ਪਤਾ ਲੱਗ ਜਾਊ ਇਹਦੇ ਵਿੱਚ ਮਿੱਠਾ ਆ। ਵਾਹਿਗੁਰੂ ਜੀ ਲੂਣ ਇੰਨਾ ਕੁ ਹੈ, ਮਿਰਚਾਂ ਇੰਨੀਆਂ ਕੁ ਨੇ। ਜੀਭ ਜਿਹੜੀ ਹੈ ਨਾ, ਉਹ ਸ਼ਬਦ ਦਾ ਘੱਟ ਜਿਹੜਾ ਉਹ ਰਸ ਚੱਖਦੀ ਹੈ, ਤੇ ਰਸਾਂ ਕਸਾਂ ਦਾ ਬੌਲਾ ਰਸ ਜਿਹੜਾ ਚੱਖਦੀ ਹੈ। ਮਹਾਰਾਜ ਜੀ ਕਹਿੰਦੇ ਇਹ ਜੀਭਾ ਲਾਈ ਕਾਹਦੇ ਵਾਸਤੇ ਹੈ? ਪਰਮਾਤਮਾ ਦਾ ਜਿਹਬਾ ਜਪ ਗੁਰ ਨਾਉ। ਪਰਮਾਤਮਾ ਦਾ ਜਿਹੜਾ ਉਹ ਨਾਮ ਜਪਣ ਵਾਸਤੇ। ਨਾਮ ਜਪਣ ਕੋ ਜਿਹਬਾ ਦਿੱਤੀ, ਹਰ ਦਰਸ਼ਨ ਕੋ ਕੀ। ਪੈਰੀ ਚੱਲ ਸਤ ਸੰਗ ਨਾ ਕੀਤਾ, ਦਾਨ ਨਾ ਕੀਤਾ ਹੱਥੀ। ਇੱਕ ਇੱਕ ਸਵਾਸ ਮੁਲਕ ਤੇਰਾ, ਹੱਥ ਨਾ ਆਵੇ ਲੱਖੀ। 24,000 ਸਵਾਸ ਬੰਦੇ ਦਾਨ ਦਿਨ ਮੂਲ ਨਾ ਥੀਵੇ। ਜਿਸ ਬੰਦੇ ਕੋ ਇਤਨਾ ਘਾਟਾ, ਸੋ ਬੰਦਾ ਕਿਵੇਂ ਜੀਵੇ। ਮਹਾਰਾਜ ਜੀ ਕਹਿੰਦੇ ਜਵਾਨ ਜਿਹੜੀ ਆ ਉਹ ਰਸਕਸ ਦਾ ਭੋਜਨ ਦਾ ਸਵਾਦ ਦੱਸ ਦਿੰਦੀ ਹੈ। ਨੱਕ ਜਿਹੜਾ ਹੈ ਇਹ ਜਿਹੜਾ ਨਾ ਉਹ ਜਿਹਦੇ ਵਿੱਚ ਸੁਗੰਧੀ ਆਉਂਦੀ ਹੈ, ਉਹ ਚੀਜ਼ ਨੂੰ ਦੱਸ ਸਕਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਤਨ ਤੇ ਪਾਇਆ ਹੋਇਆ ਬਸਤਰ, ਵਧੀਆ ਕੱਪੜਾ ਮਲੇਮ ਤੁਸੀਂ ਤਨ ਉੱਤੇ ਪਾ ਲਓ, ਤਨ ਦੱਸ ਦੋ ਕੱਪੜਾ ਬੜਾ ਵਧੀਆ ਹੈ।
ਮਹਾਰਾਜ ਜੀ ਕਹਿੰਦੇ ਐ ਸਿੱਖਾ, ਜਦੋਂ ਇੰਨਾ ਕੁਝ ਤੇਰਾ ਸਰੀਰ ਪਰਮਾਤਮਾ ਨੇ ਕੱਲੀ ਕੱਲੀ ਵਸਤੂ ਤੈਨੂੰ ਦੇ ਦਿੱਤੀ, ਤੇ ਫਿਰ ਉਹ ਸ਼ਬਦ ਦੇ ਨਾਲ, ਮਨ ਦੇ ਨਾਲ ਕਿਤੇ ਆਪਣੇ ਸ਼ਬਦ ਤੋਂ ਜਿਹੜਾ ਨਾ ਉਹ ਆਨੰਦ ਦੇ ਵਿੱਚ ਲਿਆ ਕੇ ਵੇਖ। ਸੋ ਜਿਹੜਾ ਇਸ ਤਰ੍ਹਾਂ ਨਾਲ ਵਿਦਵਾਨ ਲਿਖਦੇ ਨੇ, ਕਹਿੰਦੇ 12 ਕੁ ਸੈਕਿੰਡ, ਦੇਖ ਲਓ 12 ਸੈਕਿੰਡ ਕਿੰਨੇ ਕੁ ਹੁੰਦੇ ਨੇ। ਕਹਿੰਦੇ 12 ਕੁ ਸੈਕਿੰਡ ਕਿਤੇ ਤੁਹਾਡੀ ਸਮਾਧੀ ਲੱਗ ਜਾਵੇ ਨਾ, ਇਸ ਤਰ੍ਹਾਂ ਸਮਾਧੀ ਪਰਮਾਤਮਾ ਦੇ ਸਾਰੇ ਫੁਰਨਿਆਂ ਤੋਂ ਵਿਹਲਾ ਹੋ ਕੇ ਮਨ 12 ਕੁ ਸੈਕਿੰਡ ਜੁੜ ਜਾਵੇ, ਇੱਕ ਸਮਾਧੀ ਬਣ ਜਾਂਦੀ ਹੈ। ਇੱਕ ਸਮਾਧੀ ਜਿਹੜੇ ਜੋਗੀ ਜਨ 88 ਹਜ਼ਾਰ ਵਰਾ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਕਹਿੰਦੇ 12 ਕੁ ਸੈਕਿੰਡ ਕਿਤੇ ਤੇਰਾ ਮਨ ਗੁਰੂ ਦੇ ਨਾਲ ਜੁੜ ਜਾਵੇ, ਫਿਰ ਕੀ ਹੋਊਗਾ? ਨਾਨਕ ਨਦਰੀ ਨਦਰ ਨਿਹਾਲ। ਗੁਰੂ ਜੀ ਨੇ ਫਿਰ ਜਪਜੀ ਸਾਹਿਬ ਦੇ ਵਿੱਚ ਫਰਮਾਨ ਕੀਤਾ ਹੈ, ਵਾਜੀ ਕੀ ਕਹਿੰਦੇ? ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ, 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 ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ। ਵਸਦਾ ਹੈ ਨਿਰੰਕਾਰ ਸੱਚਖੰਡ ਵਸਦਾ ਜੀ, ਵਸਦਾ ਨਦਰ ਨਿਹਾਲ ਸੱਚਖੰਡ ਵਸਦਾ ਜੀ, ਉਹ ਵਸਦਾ ਹੈ ਨਿਰੰਕਾਰ ਸੱਚਖੰਡ ਵਸਦਾ ਹੈ, ਵਸਦਾ ਹੈ ਨਿਰੰਕਾਰ ਸੱਚਖੰਡ ਵਸਦਾ ਜੀ, ਵਸਦਾ ਹੈ ਨਿਰੰਕਾਰ ਸੱਚਖੰਡ ਵਸਦਾ ਜੀ, ਵਸਦਾ ਹੈ ਨਿਰੰਕਾਰ ਸੱਚਖੰਡ ਵਸਦਾ ਜੀ। ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ, 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 ਕਰ ਕਰ ਵੇਖੈ ਨਦਰ ਨਿਹਾਲ। ਤੇ ਅੱਜ ਧੰਨ ਕਲਗੀਧਰ ਪਾਤਸ਼ਾਹ ਮਹਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ, ਹੋਰ ਨਾਲ ਸੰਗੀ ਸਾਥੀ ਨੇ ਬਾਬਾ ਜੀਵਨ ਸਿੰਘ ਜੀ ਜੈਤਾ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਦੀ ਮਾਤਾ ਵੀ ਨਾਲ ਹੈ ਪ੍ਰੇਮੋ, ਤੇ ਕੁਝ ਹੋਰ ਮੁਖੀ ਸਿੱਖ ਨੇ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਨਹੀਂ ਹੈ ਉਸ ਵਕਤ। ਕਿੱਥੇ ਗਏ ਨੇ ਮਹਾਰਾਜ? ਅਸ਼ਾਮ ਦੀ ਧਰਤੀ ਤੇ ਦੋ ਰਾਜਿਆਂ ਦਾ ਆਪਸ ਵਿੱਚ ਬਹੁਤਾ ਭੇੜ ਆ, ਉਹਨਾਂ ਦੀ ਸੰਧੀ ਕਰਾਉਣ ਵਾਸਤੇ, ਭਾਵ ਉਹਨਾਂ ਨੂੰ ਇੱਕ ਥਾਲ ਵਿੱਚ ਭੋਜਨ ਛਕਾਉਣ ਵਾਸਤੇ ਮਹਾਰਾਜ ਆਪ ਅਸ਼ਾਮ 'ਚ ਗਏ ਨੇ ਪ੍ਰਚਾਰ ਕਰਨ। ਰਾਜਾ ਰਾਮਚੰਦ, ਰਾਜਾ ਰਤਨ ਰਾਏ ਉਹਨਾਂ ਦਾ ਪੁੱਤਰ ਸੀ ਰਾਜਾ ਰਾਮ ਰਾਏ, ਇਹ ਦੋਨੋਂ ਪਿਓ ਪੁੱਤ ਉਹਨਾਂ ਦੇ ਘਰ ਦੇ ਵਿੱਚ ਬੂਟਾ ਲਾਉਣ ਵਾਸਤੇ ਮਹਾਰਾਜ ਅੱਗੇ ਗਏ ਨੇ। ਅੰਮ੍ਰਿਤ ਵੇਲਾ ਹੋਇਆ ਅੱਜ ਵਾਲਾ ਦਿਨ, ਜਿਹੜਾ ਪੋਹ ਸੁਦੀ ਸੱਤੇ ਦਾ, ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਫਿਰ ਪ੍ਰਕਾਸ਼ ਹੋਇਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਸਾਰੇ ਪਟਨੇ ਦੀ ਧਰਤੀ ਦੇ ਵਿੱਚ ਫੈਲ ਗਈਆਂ। ਸਭ ਵਧਾਈਆਂ ਦਿੰਦੇ ਨੇ ਮਾਤਾ ਗੁਜਰੀ ਜੀ ਨੂੰ ਆ ਕੇ। ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ, ਤੇ ਅੱਜ ਇਹਨਾਂ ਦਾ ਧਰਤੀ ਉੱਤੇ ਪੈਰ ਨਹੀਂ ਲੱਗਦਾ। ਖੁਸ਼ੀਆਂ ਖੁਸ਼ੀਆਂ ਨੇ। ਕਿਉਂ ਖੁਸ਼ੀਆਂ ਨੇ? ਪੁੱਤਰ ਦੀ ਖੁਸ਼ੀ ਹੁੰਦੀ ਹੈ ਘਰ ਦੇ ਵਿੱਚ, ਪਰ ਇੱਕ ਉਹ ਪੁੱਤਰ ਹੋਵੇ ਜਿਹੜਾ 26 ਸਾਲ 13 ਮਹੀਨੇ 9 ਮਹੀਨੇ ਤੇ 13 ਦਿਨ ਬਾਅਦ ਵਿੱਚ ਘਰ ਦੇ ਵਿੱਚ ਆਇਆ ਹੋਵੇ। 26 ਸਾਲ ਉਡੀਕਦੇ ਲੰਘੀ ਮਾਤਾ ਗੁਜਰੀ ਜੀ ਨੂੰ। ਸਾਡੇ ਘਰ ਦੇ ਵਿੱਚ ਕੋਈ ਇਹੋ ਜੀ, ਉਧਰ 4 ਯੁੱਗ ਦਾ ਤਪ ਕਲਗੀਧਰ ਪਾਤਸ਼ਾਹ ਮਾਰਦਾ, ਇੱਧਰ 26 ਸਾਲ 9 ਮਹੀਨੇ ਤੇ 13 ਦਿਨ ਬਾਬੇ ਬਕਾਲੇ ਦੇ ਕੱਚੇ ਭੋਰੇ ਵਿੱਚ ਖੜ ਕੇ ਮਾਤਾ ਗੁਜਰੀ ਜੀ ਨੇ ਤਪ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਅੰਦਰ ਭੋਰੇ ਵਿੱਚ ਬੈਠੇ, ਤੇ ਅੱਜ ਉਹਨਾਂ ਦੇ ਘਰ ਦੇ ਵਿੱਚ ਇਹੋ ਦਾ ਫਿਰ ਮਰਦ ਗੰਬੜਾ ਆਇਆ
जी ने आके ये सिੱਖੀ ਦਾ ਝੰਡਾ एडा ਵੱਡਾ बुलंद किया ਤੇ ਜਿਹੜਾ ਅੱਜ ਜ਼ਾਲਮ ਸਰਕਾਰਾਂ ਨੂੰ ਢਾਉਣਾ ਔਖਾ ਹੋਇਆ ਪਿਆ ਹੈ। ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਫਿਰ ਖੁਸ਼ੀਆਂ ਸ਼ਾਮ ਦੀ ਧਰਤੀ ਵਿੱਚ ਭੇਜੀਆਂ ਗਈਆਂ। ਪੱਤਰਕਾ ਭੇਜੀ, ਤੁਹਾਡੇ ਘਰ ਪੁੱਤਰ ਹੋਇਆ। ਅੱਜ ਵਾਲਾ ਦਿਨ ਫਿਰ ਜਿਹੜਾ ਜਦੋਂ ਚੜਿਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੜੇ ਪਿਆਰ ਵਿੱਚ ਆ ਕੇ ਸਭ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਨਾਲ ਨਾਲ ਮਹਾਰਾਜ पुन दान दिन करत बताए, कहते सारा दिन फिर पुन दान करते रहे महाराज जी। तात मातवर अलख अराधा तहविद जोग साधना साधा, तिन जो करी अलख की सेवा ताते भये प्रसन्न गुरुदेव। तिन प्रभ जब ऐस में दिया तब हम जन्म कल्लू में लिया। गुरु गोबिंद सिंह महाराज जी फिर अपनी जीवन सभा जीवनी विच लिखते ने, कहते मेरे पिता ने फिर बहुत ज्यादा पुन दान किया। ਜਿਹੜਾ ਵੀ ਮਾਤਾ ਗੁਜਰੀ ਦੇ ਦੁਆਰੇ ਆ ਕੇ ਖੜ ਗਿਆ, ਮਾਤਾ ਗੁਜਰੀ ਜੀ ਨੇ ਮਾਮਾ ਕਿਰਪਾਲ ਚੰਦ ਨੇ ਉਹਦੀ ਝੋਲੀ ਭਰ ਕੇ ਤੋਰ ਦਿੱਤਾ। ਉਧਰ ਮਾਤਾ ਜਦੋਂ ਮਾਤਾ ਗੁਜਰੀ ਜੀ ਨੂੰ ਅੱਜ ਵਧਾਈਆਂ ਮਿਲਦੀਆਂ ਨੇ ਤੇ ਪਿਆਰ ਦੇ ਵਿੱਚ ਆ ਕੇ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਕਿਤੇ ਬਾਹਰ ਆਉਂਦੇ ਨੇ, ਕਿਤੇ ਅੰਦਰ ਜਾਂਦੇ ਨੇ। ਸੰਗਤ ਅੰਦਰ ਜਾ ਕੇ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਅੱਜ पाटने च चन चढ़े। माता गुजरी नो मिलन बधाइयां जी अज पाटने च चन चढ़े। गुजरी नो मिलन बधाइयां पाटने च चन चढ़े। माता गुजरी मिलन दाइया आज पढ़ने जो मिलन दाइया पटने च चन चढ़े। माता गुजरी नू मिलन दाइया पटने च चन चढ़िया। प्यार विच आके माता गुजरी जी नूं नमस्कारां करदे नाले ਵਧਾਈਆਂ ਦਿੰਦੇ ਨੇ। उधर पीर भीखमशा कड़ाम दे रहण वाला, जिथे समय दा भगवान राम जी महाराज उन्हां दा नानका नगर है कड़ाम, अंबाले दे कोले रह जांदा। अज हरियाणे दी हद अंदर चलिया गया। जदों अंमृत वेले पीर अज वाले दिन उठिया ना, अगे रोज मक्के कन्नी हथ बन के नमाज पढ़दा है, मत्था टेकदा है। जिवें सिख धर्म दे विच साडा केंद्रीय स्थान है श्री हरमंदर साहब। सिख हरमंदर साहब दे रोज दर्शनां दी अरदास करदा है। श्री हरमंदर साहब दे दर्शन, इशनान, चौंकियां, झंडे, बुंगे, जुगो जुग अटल धर्म का ध्यान करके बोलो जी वाहिगुरू किया जाता है। सिख रोज अरदास दे विच हरमंदर साहब दे दर्शन मंगदा है, हरमंदर साहब दे इशनान दा फल मंगदा है। ते मुसलमान वीर वास्ते मक्का उन्हां दा पाक पवित्र स्थान है, पूज्या होया स्थान है। जितने मुसलमान वीर ने जे मक्के विच ना जाण उन्हां दा हज नहीं पूरा हुंदा। एक बारी उन्होंने अपने पाक पवित्र स्थान के उत्ते मग्गे ती धरती उत्ते जाके इशनान ध्यान करके बाणी पढ़नी है, उन्होंने नितरेम करना है, नवाज पढ़नी है भाव। ते सिख ने जाके हरमंदर साहब साडा पूज्य स्थान सब तो वड्डा है, डिठे सभे थाव नहीं दुध जेहिया, इहदे वर्गा होर कोई स्थान नहीं। बद्धो पुरख वधाता तातू सोहिया, कहते सब तो सोहना स्थान है। सो थान सुहावा राम राजे, साडे वास्ते सब तो पवित्र पूज्य स्थान श्री हरमंदर साहब है। स्थान साडे वास्ते है, उथों दा प्रबंध उथों दे बंदे नहीं साडे वास्ते वधिया है। चलो खैर मेरा ये विषय नहीं है, क्योंकि हरमंदर साहब दे नाल श्री अकाल तख्त साहब दे नाल सिख जुड़िया होया उहदी भावना जुड़ी रवे। पर जे कर किते उत्थों दे प्रबंधकां दे नाल साडा ध्यान जुड़ गया, फिर साडा केंद्री स्थान ते जाण नूं जी नहीं करदा है। दोनों ही पक्ष ने जा वड़िओ, गुरु घर दा गेट सब वास्ते खुला है।
ਇੱਧਰਲਾ ਗੇਟ ਵੀ ਖੁੱਲ੍ਹਾ, ਇੱਧਰਲਾ ਵੀ ਖੁੱਲ੍ਹਾ, ਇੱਧਰਲਾ ਵੀ ਖੁੱਲ੍ਹਾ। ਗੇਟ ਗੁਰੂ ਘਰ ਦੇ ਚਾਰੇ ਗੇਟ ਖੁੱਲ੍ਹੇ ਨੇ ਹਰਿਮੰਦਰ ਸਾਹਿਬ ਦੇ। ਪਰ ਅੱਜ ਦਾ ਯੁੱਗ ਕੁਝ ਹੋਰ, ਅੱਜ ਦੇ ਅਮੀਰਾਂ ਵਾਸਤੇ ਉਹ ਹਰਿਮੰਦਰ ਦਾ ਦਰਬਾਰ ਖੁੱਲ੍ਹਾ ਹੈ, ਉੱਥੋਂ ਦੀ ਸਰਾਂ ਖੁੱਲ੍ਹੀ ਹੈ। ਪਰ ਸਾਡੇ ਗਰੀਬਾਂ ਵਾਸਤੇ ਇੱਕ ਹਾਲ ਜਿਹਾ ਬਣਾਇਆ ਹੋਇਆ ਹੈ, ਜੇ ਕਿਤੇ ਸ਼ਾਮ ਦੇ ਵਕਤ ਅਸੀਂ ਚਲੇ ਵੀ ਜਾਈਏ ਕਹਿਣਗੇ ਇਹਦੇ ਵਿੱਚ ਪੈ ਜਾਓ ਜਾ ਕੇ, ਤੁਹਾਡੇ ਵਾਸਤੇ ਕਮਰਾ ਨਹੀਂ। ਜੇ ਤੁਸੀਂ ਕਮਰਾ ਲੈਣਾ ਵੀ ਹੈ ਤੇ ਮੈਂ ਇਹ ਕਹਿ ਰਿਹਾ ਉਹਨਾਂ, ਗੁਰੂ ਦੇ ਘਰ ਦੇ ਵਿੱਚ ਰਿਸ਼ਵਤ ਨਹੀਂ ਚੱਲਦੀ, ਪਰ ਅਸੀਂ ਦੇਖੀਏ ਚੱਲਦੀ। ਉੱਥੇ ਚਾਬੀ ਧਰ ਕੇ ਉੱਥੇ ਥੱਲੇ ਨਾ ਉਹਦੇ ਤੇ ਕਾਊਂਟਰ ਤੇ ਹੱਥ ਧਰ ਦਿਓ, ਉਹਦੇ ਥੱਲੇ 500 ਦਾ 1000 ਦਾ ਨੋਟ ਧਰ ਕੇ ਇਸ ਤਰ੍ਹਾਂ ਚੱਕ ਕੇ ਦਿਖਾ ਦਿਓ, ਫਿਰ ਏਸੀ ਵਾਲਾ ਕਮਰਾ ਮਿਲ ਜੂਗਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਰਾ ਗੁਰੂ ਦੇ ਘਰ ਦੇ ਵਿੱਚ ਆਓ, ਇੱਥੇ ਜਿਹੜਾ ਵੀ ਕੁਝ ਬਣਦਾ ਸੰਗਤ ਵਾਸਤੇ ਬਣਦਾ ਹੈ। ਆਹ ਦਰੀਆਂ ਵਿਛਾਈਆਂ ਸੰਗਤ ਵਾਸਤੇ, ਕੜਾਹ ਪ੍ਰਸ਼ਾਦ ਦੀ ਦੇਗ ਸੰਗਤ ਵਾਸਤੇ, ਚਾਹ ਦਾ ਲੰਗਰ ਹਰ ਇੱਕ ਦੇ ਵਾਸਤੇ, ਭਾਵੇਂ ਕੋਈ ਮਰਜ਼ੀ ਆ ਜਾਵੇ। ਗੁਰੂ ਦਾ ਸਿਧਾਂਤ ਅਸਲੇ ਹੋਈ ਹੈ, ਪਰ ਅੱਜ ਗੁਰੂ ਦੇ ਸਿਧਾਂਤ ਤੋਂ ਸਿੱਖ ਥੜਕ ਚੁੱਕਿਆ ਹੈ। ਮੱਕੇ ਕੰਨੀ ਕਰਕੇ ਨਮਾਜ਼ ਪੜ੍ਹਦਾ ਹੈ, ਘੱਟ ਤੋਂ ਘੱਟ 100 ਤੋਂ ਉੱਤੇ ਚੇਲਾ ਉਹਦੇ ਨਾਲ। ਭੀਖਮ ਸ਼ਾਹ ਪੀਰ ਦੇ ਬੜਾ ਪੂਜਿਆ ਹੋਇਆ ਹੈ। ਜਦੋਂ ਅੱਜ ਮੱਕੇ ਕੰਨੀ ਮੁੱਖ ਕਰਕੇ, ਪਟਨੇ ਦੀ ਧਰਤੀ ਕੰਨੀ ਮੁੱਖ ਕਰਕੇ ਨਮਾਜ਼ ਪੜ੍ਹਨ ਲੱਗਿਆ ਨਾ, ਫਿਰ ਚੇਲਿਆਂ ਨੇ 100 ਚੇਲਾ ਸੀ, ਸ਼ਰੀਅਤ ਸੀ, ਸਾਰੇ ਘੇਰ ਲਿਆ। ਉਹ ਇੱਧਰ ਨੂੰ ਨਮਾਜ਼ ਕਰਦਾ, ਇੱਧਰ ਤੱਕ ਕਾਫਰ ਨਮਾਜ਼ ਕਰਦੇ ਨੇ। ਫਿਰ ਭੀਖਮ ਸ਼ਾਹ ਪੀਰ ਨੇ ਹੱਥ ਬੰਨ੍ਹ ਕੇ ਆਖਿਆ, ਇਹ ਕਾਵ ਸੰਤ ਬਾਬਾ ਨਰੈਣ ਸਿੰਘ ਜੀ ਮੋਹਨੀ ਮਹਾਂਪੁਰਖਾਂ ਦੀ ਹੈ। ਉਹ ਕਹਿੰਦੇ, ਜਿਸ ਨੂਰ ਵਾਸਤੇ ਮੈਂ ਪੱਛਮ ਨਵਾਜ ਕਰਾਂ, ਉਸੇ ਦਾ ਹੀ ਦਿਸਦਾ ਪੂਰਬ ਬਲ ਚਾਨਣਾ। ਕਹਿੰਦੇ ਜਿਸ ਪੀਰ ਵਾਸਤੇ, ਉਹ ਜਿਸ ਮੱਕੇ ਵਾਸਤੇ, ਮੱਕੇ ਦੇ ਵਿੱਚ ਰਹਿਣ ਵਾਲੇ ਮਾਲਕ ਵਾਸਤੇ ਮੈਂ ਨਵਾਜ਼ ਪੜ੍ਹਦਾ ਸੀ, ਅੱਜ ਮੱਕੇ ਨੂੰ ਛੱਡ ਕੇ ਪਟਨ ਦੀ ਧਰਤੀ ਦੇ ਉੱਤੇ ਆ ਗਿਆ। ਇੱਕ ਮੁਸਲਮਾਨ ਬੰਦਾ ਇਹ ਗੱਲ ਕਹਿ ਰਿਹਾ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਮੁਸਲਮਾਨ ਬੰਦੇ ਨੇ ਕਹਿਤਾ, ਪੀਰ ਜਿਹੜਾ ਸੀ ਨਾ, ਅੱਜ ਮੱਕੇ ਦੀ ਧਰਤੀ ਨੂੰ ਸਦਾ ਵਾਸਤੇ ਛੱਡ ਕੇ ਮਾਤਾ ਗੁਜਰੀ ਦੀ ਪਾਵਨ ਪਿੱਤਰ ਕੁੱਖ ਤੋਂ ਉਹਨੇ ਅੱਜ ਅਵਤਾਰ ਧਾਰਨ ਕਰ ਲਿਆ। ਚਲੋ ਫਿਰ ਮੈਂ ਤੁਹਾਨੂੰ ਦਿਖਾਵਾਂ। ਉਸ ਫਕੀਰ ਨੂੰ ਮੈਂ ਅੰਮ੍ਰਿਤ ਵੇਲੇ ਤਿਆਰੀ ਕੀਤੀ, ਚਰਨਾਂ ਵਿੱਚੋਂ ਉਹਦੀ ਜੋੜਾ ਲਾ ਦਿੱਤਾ। 2 ਪਰਨ ਕਰੇ ਉਸ ਫਕੀਰ ਨੇ, ਤੁਰ ਲੱਗੇ ਨੇ। ਪਹਿਲਾ ਪਰਨ ਤਾਂ ਇਹ ਕਰਿਆ, ਜਿੰਨਾ ਚਿਰ ਮੈਨੂੰ ਅੱਲਾ ਦੀ ਉਸ ਰੂਹ ਦੇ, ਅੱਲਾ ਦੀ ਪਿਆਰੇ ਦੇ ਸਰੀਰ ਦੇ ਦਰਸ਼ਨ ਨਹੀਂ ਹੁੰਦੇ, ਉਹਨਾਂ ਚਿਰ ਮੈਂ ਚਰਨਾਂ ਵਿੱਚ ਜੋੜਾ ਨਹੀਂ ਪਾਉਣਾ। ਇਹ ਸਿੱਖ ਦੀ ਭਾਵਨਾ ਹੈ। ਅੱਜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਂਦਾ ਹੈ ਜਾਂ ਆਉਂਦਾ ਹੈ, ਕਿਸੇ ਦੀ ਇੰਨੀ ਭਾਵਨਾ ਨਹੀਂ ਵੀ ਚੰਗੀ ਤਰ੍ਹਾਂ ਜੋੜੇ ਉਤਾਰ ਕੇ ਹੱਥ ਬੰਨ੍ਹ ਕੇ ਖੜੇ ਹੋ ਜਾਈਏ। ਜੋੜੇ ਲਾ ਦੇਣਗੇ ਜ਼ਰੂਰ, ਪਰ ਉੱਤੇ ਖੜ ਜਾਣਗੇ ਜੋੜਿਆਂ ਦੇ ਉੱਤੇ, ਕਾਰਨ ਕਿਤੇ ਪੈਰ ਨਾ ਲਿਬੜ ਜਾਣ। ਤੇ ਮਹਾਰਾਜ ਜੀ ਕੀ ਕਹਿੰਦੇ, ਧੂੜੀ ਵਿੱਚ ਲੜੰਦੜੀ ਸੋਹਾ ਨਾਨਕ ਤੈ ਸਹਿ ਨਾਲੇ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਤੇ ਅੱਜ ਸਾਡੀ ਇੰਨੀ ਕੁ ਭਾਵਨਾ ਹੈ ਤੇ ਸਾਡੇ ਕਾਰਜ ਫਿਰ ਕਿਉਂ ਨਹੀਂ ਰਾਸ ਹੋ ਰਹੇ? ਕਿਉਂਕਿ ਸਾਡੀ ਭਾਵਨਾ ਇੰਨੀ ਕੁ ਰਹਿ ਗਈ। ਗੁਰੂ ਦਾ ਆਉਂਦੇ ਦਾ ਸਤਿਕਾਰ ਨਹੀਂ, ਗੁਰੂ ਦਾ ਜਾਂਦੇ ਦਾ ਸਤਿਕਾਰ ਨਹੀਂ ਹੈ। ਭੀਖਮ ਸ਼ਾਹ ਨੇ ਪਹਿਲਾ ਪਰਨ ਕਰਿਆ, ਚਰਨਾਂ ਵਿੱਚ ਜੋੜਾ ਤਾਰ ਦਿੱਤਾ। ਦੂਜਾ ਪਰਨ ਕਰਿਆ, ਉਹਨਾਂ ਚਿਰ ਮੁਖ ਵਿੱਚ ਨਾ ਜਲ, ਨਾ ਕੋਈ ਚਾਹ, ਨਾ ਪ੍ਰਸ਼ਾਦਾ, ਕੁਛ ਨਹੀਂ ਪਾਉਣਾ ਜਿੰਨਾ ਚਿਰ ਮੈਨੂੰ ਅੱਲਾ ਦੇ ਦਰਸ਼ਨ ਨਹੀਂ ਹੁੰਦੇ। 2 ਪਰਨ ਕਰਕੇ ਫਕੀਰ ਆਪਣੇ ਘਰ ਵਿੱਚ ਤੁਰ ਪਿਆ। ਨਾਲ 100 ਚੇਲੇ ਨੂੰ ਕਹਿੰਦਾ, ਆਜੋ ਚੱਲੀਏ, ਤੁਹਾਨੂੰ ਗੁਰਾਂ ਦੇ ਦੀਦਾਰ ਕਰਾਵਾਂ। ਫਕੀਰ ਤੁਰਿਆ ਹੁੰਦਾ ਹੈ ਤੇ ਮੁਖ ਵਿੱਚੋਂ ਬਾਰ-ਬਾਰ ਇਹੀ ਪੜਦਾ ਹੁੰਦਾ, ਤੁਹਾਨੂੰ ਗੁਰਾਂ ਦੇ ਦੀਦਾਰ ਕਰਾਵਾਂ। ਪੀਰ ਕਹਿੰਦਾ ਚੇਲਿਆਂ ਨੂੰ, ਤੇ ਨਾਲੇ ਆ ਰਹੇ ਨੇ ਪਿਆਰ ਵਿੱਚ ਆ ਕੇ ਪੜਦਾ। ਇੱਕ ਮੁਸਲਮਾਨ ਦੀ ਮੈਂ ਗੱਲ ਕਰਦਾ, ਸਿੱਖ ਦੀ ਨਹੀਂ। ਸਿੱਖ 'ਚ ਤਾਂ ਕਿੰਨੀ ਕੁ ਭਾਵਨਾ ਹੋਣੀ ਹੈ, ਮਾਫ ਕਰਿਓ। ਤੇ ਫਕੀਰ ਬਾਰ-ਬਾਰ, ਤੁਹਾਨੂੰ ਗੁਰਾਂ ਦੇ ਦੀਦਾਰ ਕਰਾਵਾਂ। ਪੀਰ ਕਹਿੰਦਾ ਚੇਲਿਆਂ ਨੂੰ, ਗੁਰਾਂ ਦੇ ਦੀਦਾਰ ਕਰਾਵਾਂ। ਪੀਰ ਕਹਿੰਦਾ ਚੇਲਿਆਂ ਨੂੰ, ਗੁਰਾਂ ਦੇ ਦੀਦਾਰ ਕਰਾਵਾਂ। ਪੀਰ ਕਹਿੰਦਾ ਚੇਲਿਆਂ ਨੂੰ, ਤੁਹਾਨੂੰ ਗੁਰਾਂ ਦੇ ਦੀਦਾਰ ਕਰਾਵਾਂ। ਪੀਰ ਕਹਿੰਦਾ ਚੇਲਿਆਂ ਨੂੰ,
ਬਸ ਛੇਤੀ ਛੇਤੀ ਤੁਰਦਾ। ਫਕੀਰ ਦੇ ਚੇਲੇ ਕਹਿੰਦੇ ਕੜਾਮ ਤੋਂ ਪਟਨਾ ਕਿੰਨੀ ਦੂਰ ਹੈ, ਤੁਰ ਕੇ ਜਾਏਗਾ? ਕਹਿੰਦਾ ਹਾਂ ਤੁਰ ਕੇ ਜਾਊਂਗਾ, ਮੈਂ ਕਿਸੇ ਮੋਟਰ ਗੱਡੀ ਵਿੱਚ ਨਹੀਂ ਜਾਣਾ, ਓਏ ਅੱਲਾ ਨੂੰ ਮਿਲਣ ਵਾਸਤੇ ਜਾਣਾ। ਮੇਰੇ ਮਨ ਵਿੱਚ ਇੰਨੀ ਤੜਫ ਹੈ, ਮੇਰੇ ਮਨ ਵਿੱਚ ਇੰਨੀ ਪਿਆਸ ਹੈ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਈ ਖਾਹੇ। ਕਹਿੰਦੇ ਉਹ ਅੰਮ੍ਰਿਤ ਰਸ ਚੱਖਦੇ ਨੇ ਜਿਨ੍ਹਾਂ ਦੇ ਮਨ ਵਿੱਚ ਤੜਫ ਹੋਵੇ, ਪਿਆਰ ਹੋਵੇ। ਫਕੀਰ ਨਾ ਦਿਨੇ ਰੁਕਦਾ ਹੈ ਨਾ ਰਾਤ ਨੂੰ, ਤੁਰਿਆ ਹੀ ਜਾਂਦਾ ਹੈ। ਨਹੀਂ ਅੱਗੇ ਜਦੋਂ ਮੱਕੇ ਨੂੰ ਜਾਂਦਾ ਹੈ ਦਿਨੇ ਦਿਨੇ ਆਰਾਮ ਕਰਦੇ ਨੇ, ਰਾਤ ਨੂੰ ਜਿਹੜਾ ਰਸਤਾ ਪਿੰਡ ਤੈਅ ਕਰਦੇ ਨੇ। ਤੇ ਫਕੀਰ ਬਸ ਭੱਜਿਆ ਹੀ ਜਾਂਦਾ ਫਟਾਫਟ। ਚੇਲੇ ਕਹਿਣ ਲੱਗੇ ਉਹ ਹੌਲੀ ਤੁਰ ਪਾ, ਹੁਣ ਤਾਂ ਮਿਲ ਕੇ ਮੁੜਾਂਗੇ। ਕਹਿੰਦਾ ਮੈਂ ਕਿਤੇ ਲੇਟ ਨਾ ਹੋ ਜਾਵਾਂ। ਫਕੀਰ ਨਾਲੇ ਪਿੱਛੇ ਨੂੰ ਚੇਲਿਆਂ ਕਿਰੀ ਨੂੰ ਮੁੜ ਕੇ ਵੇਖਦਾ, ਉਹ ਤੁਸੀਂ ਮਾੜਾ ਜਿਹਾ ਹਿੰਮਤ ਨਾ ਕਰੋ, ਗੁਰੂ ਨਾਨਕ ਦੀ 10ਵੀਂ ਜੋਤ ਨੇ ਬਖਸ਼ਿਸ਼ ਹੀ ਐਸੀ ਕਰ ਦਿੱਤੀ ਫਕੀਰ ਦੇ ਉੱਤੇ। ਤੇ ਬਸ ਭੁੱਲ ਗਿਆ, ਫਿਰ ਇੱਕੋ ਹੀ ਗੱਲ ਕਰਦਾ ਹੁੰਦਾ ਹੈ। ਕਹਿੰਦਾ ਮੈਂ ਛੇਤੀ ਚੱਲਾਂ ਗੁਰੂ ਦੇ ਚਰਨਾਂ ਵਿੱਚ, ਛੇਤੀ ਛੇਤੀ ਮੁੱਕ ਪੈਂਡਿਆ। ਰਸਤੇ ਨੂੰ ਕਹਿੰਦਾ ਛੇਤੀ ਮੁੱਕ ਯਾਰ ਮੜਾ ਜਾ ਤੂੰ, ਮੈਂ ਛੇਤੀ ਜਾ ਕੇ ਗੁਰੂ ਦੇ ਉਸ ਅੱਲਾ ਦੀ ਜੋਤ ਦੇ ਦਰਸ਼ਨ ਕਰਾਂ। ਛੇਤੀ ਛੇਤੀ ਮੁੱਕ ਪੈਂਡਿਆ, ਮੈਂ ਤਾਂ ਗੁਰਾਂ ਦੇ ਦੀਦਾਰ ਕਰਨੇ। ਛੇਤੀ ਛੇਤੀ ਮੁੱਕ ਪੈਂਡਿਆ, ਦੀਦਾਰ ਕਰਨੇ। ਮੁੱਕ ਪੈਂਡਿਆ, ਗੁਰਾਂ ਦੇ ਦੀਦਾਰੇ ਕਰਨੇ। ਛੇਤੀ ਛੇਤੀ ਮੁੱਕ ਪੈਂਡਿਆ, ਮੈਂ ਤਾਂ ਗੁਰਾਂ ਦੇ ਦੀਦਾਰੇ ਕਰਨੇ। ਛੇਤੀ ਛੇਤੀ ਮੁੱਕ ਪੈਂਡਿਆ, ਮੈਂ ਤਾਂ ਗੁਰਾਂ ਦੇ ਦੀਦਾਰੇ ਕਰਨੇ। ਛੇਤੀ ਛੇਤੀ ਮੁੱਕ ਪੈਂਡਿਆ, ਮੈਂ ਤਾਂ ਗੁਰਾਂ ਦੇ ਦੀਦਾਰੇ ਕਰਨੇ। ਫਕੀਰ ਭੱਜਿਆ ਜਾਂਦਾ ਹੈ, ਬਸ ਨੇੜੇ ਪਹੁੰਚ ਗਿਆ। ਫਿਰ ਇਸ ਤਰ੍ਹਾਂ ਨਹੀਂ ਤੁਰਦਾ, ਕਿਤੇ ਲੰਬਾ ਪੈ ਜਾਂਦਾ ਫਕੀਰ ਧਰਤੀ ਉੱਤੇ। ਅਸ਼ਟਾਂਗ ਡੰਡਾਉਤ, ਡੰਡਾਉਤ ਬੰਦਨ ਅਨਕ ਵਾਰ ਸਰਬ ਕਲਾ ਸਮਰਤ। ਡੰਡੇ ਵਾਂਗੂ ਸਿੱਧਾ ਧਰਤੀ ਉੱਤੇ ਪੈ ਜਾਂਦਾ, ਫਿਰ ਮੱਥਾ ਟੇਕਦਾ ਫਕੀਰ, ਫਿਰ ਖੜਾ ਹੋ ਜਾਂਦਾ ਹੈ। ਚੇਲੇ ਕਹਿਣ ਲੱਗੇ ਸਾਡੇ ਫਕੀਰ ਨੇ, ਸਾਡੇ ਪੀਰ ਨੇ ਕੋਈ ਭੰਗ ਪੀ ਲਈ, ਬੌਰਾ ਹੋ ਗਿਆ ਕਮਲ ਮਾਰੀ। ਕਹਿੰਦੇ ਜੀਏ ਤਾਂ ਬੌਰਾ ਹੋਏ, ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਜੀਂਦਾ ਹੈ ਜਿਉਂਦਾ ਨਾ, ਉਹ ਕੀ ਹੈ? ਕਹਿੰਦੇ ਤਾਂ ਬੌਰਾ ਕਮਲਾ ਹੈ। ਤੇ ਫਕੀਰ ਅੱਜ ਪਟਨੇ ਦੀ ਧਰਤੀ ਦੇ ਬਾਹਰਲੇ ਪਾਸੇ ਹੱਦ ਦੇ ਉੱਤੇ ਆ ਕੇ ਖੜ ਗਿਆ। ਫੇਰ ਕੀ ਕੀਤਾ? ਹੱਥ ਬੰਨ ਕੇ ਅਰਦਾਸ ਕੀਤੀ। ਪਟਨੇ ਦੀ ਧਰਤੀ ਦੀ ਹੱਦ ਦੀ ਮਿੱਟੀ ਚੱਕ ਕੇ ਆਪਣੇ ਮੱਥੇ ਨੂੰ ਲਾਈ ਜਾਂਦਾ ਹੈ, ਐ ਮੱਥੇ ਤੇ ਘਸਾਉਂਦਾ ਹੈ। ਉਹ ਤੂੰ ਪਟਨੇ ਦੀ ਧਰਤੀ ਹੈ, ਕਿੰਨੀ ਕੁ ਧਨ ਹੈ। ਧਨ 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 ਵਨ ਖੰਡ ਵਿੰਦਰਾ ਬਨਾ ਜੈ ਖੇਲੇ ਸ੍ਰੀ ਨਾਰਾਇਣਾ। ਕਹਿੰਦੇ ਧਰਤੀ ਅੱਜ ਬੜੀ ਭਾਗਾਂ ਵਾਲੀ ਹੈ ਮੇਰੇ ਵਾਸਤੇ। ਤੇ ਉਹ ਫਕੀਰ ਦੇ ਚੇਲੇ ਕਹਿਣ ਲੱਗੇ ਚਲੋ ਜਿਵੇਂ ਤੇਰੀ ਮੌਜ। ਤੇ ਬਸ ਅੱਜ ਉਸ ਧਰਤੀ ਦੇ ਉੱਤੇ ਪਹੁੰਚ ਕੇ ਫਕੀਰ ਜੋ ਵੀ ਅਰਦਾਸਾਂ ਬੇਨਤੀਆਂ ਕਰਦਾ, ਕਲਮਬੰਦ ਬਾਬਾ ਨਰੈਣ ਸਿੰਘ ਮੁਨੀ ਮਹਾਂਪੁਰਖਾਂ ਨੇ ਕਰਿਆ। ਉਹ ਕੀ ਕਹਿੰਦੇ? ਤੇ ਬੜੇ ਪਿਆਰ ਦੇ ਵਿੱਚ ਆ ਕੇ ਜੀ ਧਰ ਪਟਨਾ ਸਾਹਿਬ ਦੀਏ, ਤੈਨੂੰ ਤਾਂ ਕੋਟ ਮੁਬਾਰਕ ਮੇਰੀ। ਧਰ ਪਟਨਾ ਸਾਹਿਬ ਦੀਏ, ਤੈਨੂੰ 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 ਕੋਟ ਮੁਬਾਰਕ ਮੇਰੀ। ਜੀ ਲੈ ਕੇ ਸੰਗ ਪੀਰਾਂ ਨੂੰ ਭੀਖਮ ਸ਼ਾਹ ਜਦ ਪਟਨੇ ਬਣਿਆ। ਲੈ ਕੇ ਸੰਗ ਪੀਰਾਂ ਨੂੰ ਭੀਖਮ ਸ਼ਾਹ ਜਦ ਪਟਨੇ ਬਣਿਆ। ਜੀ ਲੈ ਕੇ ਸੰਗ ਪੀਰਾਂ ਉਹ ਭੀਖਮ ਸ਼ਾਹ ਜਦ ਪਟਨੇ ਬਣਿਆ। ਲੈ ਕੇ ਸੰਗ ਪੀਰਾਂ ਨੂੰ ਭੀਖਮ ਸ਼ਾਹ ਜਦ ਪਟਨੇ ਬਣਿਆ। ਸਜਦੇ ਕਰਦਾ ਸੀ ਉਹ ਕਲਮਾ ਨਾਲ ਸਿਦਕ ਨੂੰ ਪੜਿਆ। ਸਜਦੇ ਕਰਦਾ ਸੀ ਕਲਮਾ ਨਾਲ ਸਿਦਕ
ਖੜਿਆ ओला मिट्टी वास्तु गुरु चीला मिट्टी वास्तु गुरु आख्या तन तन लख बेरी ਘਰ ਪਟਨਾ ਸਾਹਿਬ ਦੀਏ ਤੈਨੂੰ ਕੋਟ ਮੁਬਾਰਕ ਮੇਰੀ तार तार पटना ਸਾਹਿਬ ਦੀਏ तैनू ਤੈਨੂੰ कोट मुबारक मेरी ਘਰ ਪਟਨਾ ਸਾਹਿਬ ਦੀਏ ਤੈਨੂੰ ਕੋਟ ਮੁਬਾਰਕ ਮੇਰੀ ਜੀ ਘਰ ਪਟਨਾ ਸਾਹਿਬ ਦੀਏ ਤੈਨੂੰ ਕੋਟ ਮੁਬਾਰਕ ਮੇਰੀ फकीर कहन लग्या इस मिट्टी नूं भी धन आख्या जाता है धन धन बन खंड बिंद्रा बना जय खेले श्री नारायण मत्था टेक के नमस्कार करके फकीर धरती तो अगे चले गया साल सराय जौहरी दी हवेली अगे पहले भीड़ लगी हुई है माता गुजरी जी नूं बधाइयां दे रहे ने सारे फकीर भी अपना 100 चेला भीड़ पहले ही संगत बहुत ही ज्यादा पहले ते 100 चेला ते एक फकीर अगे फिर जाके खड़ गए ताता लग गया बार विच दूर तिकर संगत माई भाई खड़े ने छोटे छोटे बच्चे खड़े ने ते धन गुरु गोबिंद सिंह महाराज गोबिंद राय महाराज दे दर्शन करने वास्ते बार बार अरदासां करदे ने जदों फकीर जाके बार विच बैठ गया भज के मामा करपाल चंद आया कोई मुसलमान फकीर है पूछा कित्थों आए हो कड़ाम तो भीखम शाह वीर फकीर दा साडे दा नां है फकीर तो कुछ समा ता नां बोलिया गया गल पर आया अपने आप नूं संभाल के फिर मामा करपाल चंद जी नूं कहण लगे मैनू उस अल्लाह दी जोत साडे मक्के दा मालक अज तुहाडे घर विच आ गया तुहाडे वड्डे भाग ने ते किरपा कर दिओ मैनू उस रब रंगी रूह दे जिहड़ा आप खुद परमेश्वर चल के आए मैनू उन्हां दे दर्शन करा दिओ मामा करपाल चंद जी अंदर गए माता गुजरी जी कोल जाके कहण लगे कि फकीर आया बड़ा बिबल है माता जी कहन लगे गुरु घर दा जिहड़ा ना वो मुगलों दे नाल छेड़छाड़ चल रही है पता ही नहीं किहड़े भेस विच आया पहला मन विच शंका होया दूसरा माता जी कहन लगे जिन्ना चिर गुरु तेग बहादुर महाराज आके साहिबजादे दे दर्शन करदे नहीं ते दिंदे नहीं उन्ना चिर आपां किसे नूं नहीं दर्शन कराउणे तीजा माता गुजरी जी कहन लगे धन पदार्थ दे दिओ जिन्ना फकीर मंगदा है वस्त्र दे दिओ भोजन छकाओ अरदास कर दो दे अगे भी किते फेर आ जी फकीर नूं आके मामा करपाल चंद जी ने हथ बन ले फकीरा एक तां ठंड बहुती है दूजा साहिबजादा हजे बहुत छोटा है कुछ घंटिया दी अजे तां ते तीसरा है वो कर जिन्ना धन पदार्थ तेन लोड़ है तू ले जा लंगर छक ला वस्त्र ले ला ते तू अपने पिंड नूं मुड़ जा पहला गुरु तेग बहादुर महाराज जी दर्शन करनगे ते फिर तू आ जी फकीर बार दे विच बैठ गया बार विच बैठा फकीर ने आख्या उन्ना चिर नहीं मैं मुड़दा जिन्ना चिर मैनू साहिबजादे दे दर्शन नहीं होंदे दूजी गल जल ते पानी दी प्रसादे दी गल करिए मैं परण करके तुरिया अपने घर विचों भी उन्ना चिर मैं मुख विच कुछ नहीं पाऊंगा जिन्ना चिर मैनू साहिबजादे दे दर्शन नहीं होंदे है फकीर बार विच बैठा बार बार जकारे है कहंदा की है कहना जिन्ना चिर मैनू साहिबजादे दे तुसीं दर्शन नहीं कराउंदे ते फकीर पहला इधरले पासे गेट ते इधरले पासे विच विचाले बह गया जमा चौंकड़ा मार लिया थल्ले ही बह गया धरती दे उत्ते ते 100 चेला पिछे नूं बह गया सारा वारी वारी फकीर कह रहा है भी उन्ना च नहीं मुड़ किन्ना कि चिर जिन्ना चिर तुसीं साहिबजादे दे मैनूं दर्शन नहीं कराउंदे हैं जी पीर तां बह गया बूहा मल के रस्ते दे विच बह गया जमा कहना अंदर नहीं जान देने मैं बाहर च बैठा रहना जे अल्लाह दा प्यारा होया जे मेरे नाल तार वजदी हुई ना तप ही आजूगा मैं नहीं जाता हाँ जी पीर तां बह गया बूहा मल के बारी बारी यही कही जांदा है
दर्शन करके जाऊंगा पीर तब गया बुआ मल के दर्शन करके जाऊंगा तब गया बुआ मल के दर्शन करके जाऊंगा पीर तब गया बुआ मल के दर्शन करके जाऊंगा पीर तब गया बुआ मल के दर्शन करके जाऊंगा पीर तब गया बुआ मल के दर्शन करके जाऊंगा। ਬਾਹਰ ਵਿੱਚ ਬੈਠਾ ਕਹਿੰਦਾ ਨਾ ਵਾਪਸ ਜਾਵਾਂ ਘਰ ਨੂੰ ਵੀ ਨਹੀਂ ਮੁੜਦਾ ਜੇ ਤੁਸੀਂ ਮੈਨੂੰ ਦਰਸ਼ਨ ਨਾ ਕਰਾਏ ਮੈਂ ਇੱਥੇ ਸਰੀਰ ਦਾ ਪਰਿਤਿਆਗ ਕਰ ਦੂੰ ਪਰ ਘਰ ਨਹੀਂ ਜਾਂਦਾ ਵਾਪਸ ਨਹੀਂ ਮੈਂ ਜਾਂਦਾ। ਮਾਮਾ ਕਿਰਪਾਲ ਚੰਦ ਜੀ ਫੇਰ ਅੰਦਰ ਗਏ ਭੈਣ ਕੋਈ ਵੈਰਾਗੀ ਹੈ ਵੈਰਾਗੀ ਰੂਹ ਹੈ ਉਹ ਤਾਂ ਆਪ ਖੁਦ ਮੱਕੇ ਤੋਂ ਚੱਲ ਕੇ ਆਈ ਰੂਹ ਹੈ ਬਾਹਰ ਵਿੱਚ ਬੈਠਾ ਹੈ। ਮਾਤਾ ਗੁਜਰੀ ਜੀ ਕਹਿਣ ਲੱਗੇ ਨਹੀਂ ਉਹਨੂੰ ਕਹਿ ਦਿਓ ਕਿਤੇ ਫੇਰ ਆ ਜਾਊਗਾ। ਮਾਮਾ ਕਿਰਪਾਲ ਚੰਦ ਜੀ ਉਧਰਲਾ ਸੁਨੇਹਾ ਇੱਧਰ ਉਧਰ ਸੁਣਾਉਂਦੇ ਨੇ ਵਿਚਾਲੇ ਜਿਵੇਂ ਕਹਦੇ ਇੱਕ ਵਿਚੋਲੇ ਵਾਲੀ ਭੂਮਿਕਾ ਨਿਭਾ ਰਹੇ ਹੈ। ਮਨ ਵਿੱਚ ਵੀ ਹੈ ਗੁਰੂ ਘਰ ਦੇ ਨਾਲ ਇਹ ਮੁਗਲੀ ਪਠਾਨਾਂ ਦੀ ਛੇੜਛਾੜ ਹੈ। ਸਾਹਿਬਜ਼ਾਦਾ ਛੋਟਾ ਹੈ ਕਿਤੇ ਕੁਝ ਕਰ ਹੀ ਨਾ ਦੇਣ ਬਸ ਫਕੀਰ ਕਹਿੰਦਾ ਉਹ ਇਹ ਤਾਂ ਮਨ ਵਿੱਚੋਂ ਕੱਢ ਦੋ। ਮਾਮਾ ਕਿਰਪਾਲ ਚੰਦ ਦੀ ਹੱਥ ਬੰਨ ਕੇ ਕੁਝ ਵਸਤੂਆਂ ਕੀਮਤੀ ਵਸਤੂਆਂ ਲੈ ਕੇ ਆਏ ਦਸਾਲੇ ਬੜੇ ਕੀਮਤੀ ਲੈ ਕੇ ਆਏ ਫਕੀਰ ਦੇ ਅੱਗੇ ਰੱਖ ਦਿੱਤੇ। ਫਕੀਰਾ ਇਉਂ ਕਰ ਤੂੰ ਇੱਥੇ ਕੋਈ ਕਮਰਾ ਲੈ ਲਾ ਉਹਦੇ ਵਿੱਚ ਆਰਾਮ ਕਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਕੇ ਤੈਨੂੰ ਵੀ ਦਰਸ਼ਨ ਕਰਾ ਦਾਂਗੇ। ਬਸ ਫਕੀਰ ਹੱਥ ਬੰਨ ਕੇ ਕੋਈ ਅਰਦਾਸ ਕਰੀ ਜਾਂਦਾ ਉਹ ਕੀ ਕਹਿੰਦਾ ਇੱਕ ਵਾਰੀ ਦਰਸ਼ ਕਰਾ ਦੋ ਸੇਵਕੋ ਮੈਨੂੰ 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 ਇੱਕ ਵਾਰੀ ਦਰਸ਼ ਕਰਾ ਦੋ ਸੇਵਕੋ ਇੱਕ ਵਾਰੀ ਦਰਸ਼ ਕਰਾ ਦੋ ਸੇਵਕੋ ਮੈਨੂੰ ਇੱਕ ਵਾਰੀ। ਮਾਮਾ ਕਿਰਪਾਲ ਚੰਦ ਜੀ ਨੂੰ ਫਕੀਰ ਵਾਰ-ਵਾਰ ਹੱਥ ਬੰਨ ਕੇ ਕਹਿੰਦਾ ਇੱਕ ਵਾਰੀ ਇਉਂ ਕਰੋ ਤੁਸੀਂ ਮੇਰੀ ਗੋਦ ਵਿੱਚ ਨਾ ਫੜਾਇਓ ਸਾਹਿਬਜ਼ਾਦੇ ਨੂੰ ਸਾਹਮਣੇ ਲਿਆ ਕੇ ਖੜਾ ਦਿਓ ਤੁਸੀਂ ਆਪਣੀ ਗੋਦ ਵਿੱਚ ਰੱਖਿਓ ਮੈਂ ਦੂਰੋਂ ਦਰਸ਼ਨ ਕਰਕੇ ਉਸੇ ਬਖਤੀ ਵਾਪਸ ਮੁੜ ਜੂੰਗਾ ਮੈਂ ਉਹਨਾਂ ਚਿਰ ਮੁਖ ਵਿੱਚ ਕੁਝ ਨਹੀਂ ਪਾਉਣਾ ਮੈਂ ਮਰ ਜੂ ਇੱਥੇ ਧਰਤੀ ਦੇ ਵਿੱਚ ਹੀ ਮੈਂ ਗਰਕ ਹੋ ਜਾਊਂਗਾ ਜਿੰਨਾ ਚਿਰ ਮੈਨੂੰ ਸਾਹਿਬਜ਼ਾਦੇ ਨੇ ਦਰਸ਼ਨ ਨਹੀਂ ਕਰਾਉਂਦੇ ਮੈਂ ਪਾਣੀ ਵੀ ਨਹੀਂ ਪੀਂਦਾ ਮੈਂ ਚਾਹ ਵੀ ਨਹੀਂ ਪੀਂਦਾ। ਮਾਮਾ ਕਿਰਪਾਲ ਚੰਦ ਜੀ ਬਾਰੀ ਬਾਰੀ ਹੱਥ ਬੰਨ੍ਹਦੇ ਨੇ ਫਕੀਰ ਕਹਿ ਰਿਹਾ ਆੜਦੇ ਨਹੀਂ ਖੜਦੇ ਨਹੀਂ ਮੁੜ ਜਾਵਾਂਗੇ ਸੀਤਾ ਆੜਦੇ ਨਹੀਂ ਖੜਦੇ ਨਹੀਂ ਮੁੜ ਜਾਵਾਂਗੇ ਅੜਦੇ ਨਹੀਂ ਖੜਦੇ ਨਹੀਂ ਮੁੜ ਜਾਵਾਂਗੇ ਅਸੀਂ ਤਾਂ ਅੜਦੇ ਨਹੀਂ ਖੜਦੇ ਨਹੀਂ ਅੜਦੇ ਨਹੀਂ ਖੜਦੇ ਨਹੀਂ ਮੁੜ ਜਾਵਾਂਗੇ ਅਸੀਂ ਤਾਂ ਅੜਦੇ ਨਹੀਂ ਖੜਦੇ ਨਹੀਂ ਮੁੜ ਜਾਵਾਂਗੇ। ਪਰ ਇੱਕ ਵਾਰੀ ਦਰਸ਼ ਕਰਾ ਦੋ ਸੇਵਕੋ ਮੈਨੂੰ ਇੱਕ ਵਾਰੀ ਦਰਸ਼ ਕਰਾ ਦੋ ਸੇਵਕੋ ਮੈਨੂੰ ਇੱਕ ਵਾਰੀ ਦਰਸ਼ ਕਰਾ ਦੋ ਸੇਵਕੋ ਮੈਨੂੰ ਇੱਕ ਵਾਰੀ ਦਰਸ਼ ਕਰਾ ਦੋ
ਕੋ ਮੈਨੂੰ ਇੱਕ ਵਾਰੀ ਦਰਸ ਕਰਾ ਦੋ ਸੇਵਕੋ ਮੈਨੂੰ ਇੱਕ ਵਾਰੀ। ਏਕਮ ਸ਼ਾਹ ਦੀਆਂ ਬਾਰ-ਬਾਰ ਅਰਦਾਸਾਂ। ਮਾਮਾ ਕਿਰਪਾਲ ਚੰਦ ਜੀ ਗਏ, ਚਲੋ ਮਾਤਾ ਗੁਜਰੀ ਜੀ ਫਿਰ ਕਹਿੰਦੇ ਹੋ ਕਰੋ ਬਾਹਰ ਇੱਕ ਸਟੇਜ ਦਾ ਪ੍ਰਬੰਧ ਕਰ ਦਿਓ, ਕੀਰਤਨ ਸ਼ੁਰੂ ਹੋ ਜਾਵੇ। ਮਾਤਾ ਗੁਜਰੀ ਜੀ ਫਿਰ ਸਾਹਿਬਜ਼ਾਦੇ ਨੂੰ ਬੜੇ ਸੁੰਦਰ ਤੇ ਕੀਮਤੀ ਰੇਸ਼ਮੀ ਵਸਤਰਾਂ ਦੇ ਵਿੱਚ ਲਪੇਟ ਕੇ ਹੌਲੀ ਹੌਲੀ ਤੁਰੇ ਆਉਂਦੇ ਨੇ। ਫਕੀਰ ਨੂੰ ਕਹਿਤਾ ਆ ਗਿਆ ਤੇਰਾ ਮੱਕੇ ਦਾ ਮਾਲਕ। ਫਕੀਰ ਉੱਠ ਕੇ ਖੜਾ ਹੋ ਗਿਆ। ਜਦੋਂ ਮਾਤਾ ਗੁਜਰੀ ਜੀ ਗੇਟ ਵਿੱਚ ਆਏ ਨਾ, ਫਕੀਰ ਅੱਗੇ ਖੜ ਗਿਆ। ਗੁਰੂ ਜੀ ਫਿਰ ਇੱਥੇ ਫਰਮਾਨ ਕਰਦੇ ਨੇ, ਕਹਿੰਦੇ ਪਹਿਲਾਂ ਤਾਂ ਉਹਨੇ ਸਿੱਧਾ ਧਰਤੀ ਤੇ 8 ਅੰਗ ਲਾ ਕੇ ਨਮਸਕਾਰ ਕਰੀ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਫਿਰ ਕਹਿੰਦਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸੱਚੇ ਪਾਤਸ਼ਾਹ ਆ ਕਰ ਹੱਥ ਮੇਰੇ ਦੋਨੋਂ ਕਿਰਪਾ ਕਰਕੇ ਸੀਸ ਉੱਤੇ ਰੱਖਦੇ। ਫਿਰ 2 ਕੁੱਜੀਆਂ ਇਤਿਹਾਸ ਵਿੱਚ ਲਿਖਦੇ, ਇੱਕ 'ਚ ਦੁੱਧ ਪਾਇਆ, ਇੱਕ 'ਚ ਪਾਣੀ ਪਾਇਆ। ਦੋਨੋਂ ਫਕੀਰ ਨੇ ਹੱਥਾਂ ਉੱਤੇ ਧਰ ਕੇ ਆਏ, ਉਸ ਗੁਜਰੀ ਦੇ ਲਾਲ ਦੇ ਅੱਗੇ ਰੱਖ ਦਿੱਤੀਆਂ। ਜਦੋਂ ਦੋਨੋਂ ਕੁੱਜੀਆਂ ਅੱਗੇ ਕਰੀਆਂ, ਛੋਟੇ ਛੋਟੇ ਨਿੱਕੇ ਨਿੱਕੇ ਹੱਥ ਉਸ ਕੱਪੜਿਆਂ ਵਿੱਚੋਂ ਕੱਢੇ ਬਾਲ ਗੋਬਿੰਦ ਰਾਏ ਮਹਾਰਾਜ ਜੀ ਨੇ ਉਹਨਾਂ ਦੋਨਾਂ ਕੁੱਜੀਆਂ ਦੇ ਉੱਤੇ ਰੱਖ ਦਿੱਤੇ। ਫਕੀਰ ਬਸ ਫਿਰ ਉਹਦੀ ਕੋਈ ਖੁਸ਼ੀ ਦੀ ਹੱਦ ਨਾ ਰਹੀ। ਇੱਕ ਇਤਿਹਾਸ ਲਿਖਦਾ ਹੈ, ਦੋਨੋਂ ਕੁੱਜੀਆਂ ਦੇ ਉੱਤੇ ਹੱਥ ਮਾਰੇ, ਇਸ ਤਰ੍ਹਾਂ ਦੁੱਧ ਤੇ ਪਾਣੀ ਇਕੱਠਾ ਕਰ ਦਿੱਤਾ। ਮੈਂ ਤਾਂ ਜਿਹੜਾ ਨਾ ਉਹ ਸਾਰਿਆਂ ਦੀ ਰਾਖੀ ਵਾਸਤੇ ਆਇਆ ਹਾਂ। ਪੀਰ ਨੇ ਪੁੱਛਿਆ ਸਾਡੇ ਹੋ ਜਾਂ ਕਿਸੇ ਹੋਰ ਧਰਮ ਦੇ ਹੋ? ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਮੈਂ ਪਤਾ ਕੌਣ ਹਾਂ। ਜਦੋਂ ਦੋਨੋਂ ਕੁੱਜੀਆਂ ਪਾਣੀ ਰਲ ਗਿਆ, ਦੁੱਧ ਰਲ ਗਿਆ, ਕੁੱਜੀਆਂ ਥੱਲੇ ਡਿੱਗ ਪਈਆਂ। ਫਕੀਰ ਨੇ ਦੋਏ ਬਾਹਾਂ ਨੂੰ ਤਾਹਾਂ ਨੂੰ ਕਰਕੇ, ਉਹ ਚੇਲੇ ਕਹਿਣ ਲੱਗੇ ਉਹ ਤੈਂ ਤਾਂ ਲੈ ਲਈ ਬਸ, ਤੂੰ ਸਾਨੂੰ ਤਾਂ ਦੱਸ ਦੇ ਕਿਹਾ ਕੀ ਹੈ ਇਸ ਫਕੀਰ ਨੇ? ਇਹ ਛੋਟੇ ਜੇ ਨਿੱਕੇ ਜੇ ਅਕਾਲ ਪੁਰਖ ਦੀ ਰੂਹ ਨੇ ਤੈਨੂੰ ਕਿਹਾ ਕੀ ਹੈ? ਤੇ ਫਕੀਰ ਕਹਿਣ ਲੱਗਿਆ ਜਿਹੜਾ ਕੁਝ ਮੈਨੂੰ ਅੱਜ ਇਹਨਾਂ ਨੇ ਦੇ ਦਿੱਤਾ ਨਾ ਉਹ ਮੁੱਕਣ ਵਾਲਾ ਨਹੀਂ। ਕਹਿੰਦਾ ਕੀ ਹੈ? ਜੀ ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਗੋਬਿੰਦ ਸਾਂਝਾ, ਸਾਰੇ ਸੰਸਾਰ ਦਾ ਜੀ ਸਤਿਗੁਰੂ ਗੁਰੂ ਗੋਬਿੰਦ ਸਾਂਝਾ, ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਗੋਬਿੰਦ ਸਾਂਝਾ, ਉਹ ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਗੋਬਿੰਦ ਸਾਂਝਾ, ਸਾਰੇ ਸੰਸਾਰ ਦਾ ਜੀ ਸਤਿਗੁਰੂ ਗੁਰੂ ਗੋਬਿੰਦ ਸਾਂਝਾ। ਬੋਲੋ ਭਾਈ ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਗੋਬਿੰਦ ਸਾਂਝਾ, ਜੀ ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਨਾਨਕ ਸਾਂਝਾ, ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਨਾਨਕ ਸਾਂਝਾ, ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਨਾਨਕ ਸਾਂਝਾ, ਉਹ ਸਾਰੇ ਸੰਸਾਰ ਦਾ ਸੰਸਾਰ ਦਾ ਸਤਿਗੁਰੂ ਗੁਰੂ, ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਨਾਨਕ ਸਾਂਝਾ। ਧੰਨ ਫਿਰ ਉਸ ਫਕੀਰ ਨੇ ਸ਼੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਉਹ ਵਸਤੂ ਲਈ ਜਿਹੜੀ ਅੱਜ ਤੱਕ ਕਿਸੇ ਨੂੰ ਨਹੀਂ ਪ੍ਰਾਪਤ ਹੋਈ। ਅਜੇ ਕੁਝ ਕੁ ਘੰਟਿਆਂ ਦੇ ਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਫਕੀਰ ਦਾ ਸੱਚਮੁੱਚ ਉਹ ਝੋਲੀਆਂ ਭਰ ਦਿੱਤੀਆਂ, ਨਾਮ ਦੇ ਨਾਲ ਝੋਲੀਆਂ ਭਰ ਦਿੱਤੀਆਂ। ਫਕੀਰ ਕਹਿੰਦਾ ਬਸ ਮੈਂ ਹੁਣ ਨਹੀਂ ਕੁਝ ਸਕਣਾ, ਚੱਲਿਆ ਵਾਪਸ। ਤੇ ਅੱਜ ਫਕੀਰ ਫਿਰ ਵਾਪਸ ਮੁੜਿਆ। ਧੰਨ ਮਾਤਾ ਗੁਜਰੀ ਜੀ ਦੀ ਪਾਵਨ ਪੁੱਤਰ ਕੁੱਖ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਗ੍ਰਹਿ ਦੇ ਵਿੱਚ ਅੱਜ ਦੇ ਦਿਨ ਫਿਰ ਉਹ ਚਾਨਣਾ ਹੋਇਆ
ਜਿਹੜਾ ਤਾਂ ਦੁਨੀਆ ਤੇ ਕਰ ਰਹਿੰਦੀ ਦੁਨੀਆ ਤੇ ਕਰ ਜਿਹਨੂੰ ਕੋਈ ਬੁਝਾ ਨਹੀਂ ਸਕਦਾ। ਉਹ ਕੀ ਸਿੱਖ ਕੌਮ ਦਾ ਬੂਟਾ ਇਹੋ ਜਿਹਾ ਲਾ ਦਿੱਤਾ, ਜੜਾਂ ਵਿੱਚ ਮੈਂ ਪਤਾਲ ਦੇ ਲਾਏ ਆ। ਹਾਂ ਠੀਕ ਹੈ, ਕਈ ਵਾਰੀ ਚਲੋ ਬੂਟੇ ਨੂੰ ਛਾਂਗ ਜ਼ਰੂਰ ਦਿੰਦੇ ਨੇ, ਪਰ ਜਿਹੜਾ ਬੂਟਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਾਲ ਗੋਬਿੰਦ ਰਾਏ ਨੇ ਲਾਇਆ, ਉਹ ਗੁਜਰੀ ਦੇ ਲਾਲ ਨੇ ਸਿੱਖੀ ਦਾ ਬੂਟਾ ਲਾਇਆ, 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 ਲਾਲ ਨੇ ਸਿੱਖੀ ਦਾ ਬੂਟਾ ਲਾਇਆ, ਗੁਜਰੀ ਦੇ ਲਾਲ ਨੇ ਸਿੱਖੀ ਦਾ ਬੂਟਾ ਲਾਇਆ। ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਦੇ ਆਗਮਨ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਹਾਜ਼ਰੀਆਂ ਭਰੀਆਂ ਨੇ ਭਾਈ, ਤੁਹਾਡੇ ਵੱਡੇ ਭਾਗ ਨੇ। ਮਹਾਰਾਜ ਕਿਰਪਾ ਕਰੇ ਸਾਡੀਆਂ ਇੱਥੋਂ ਸੁਰਤ ਕਰਕੇ ਜਦੋਂ ਸਾਡਾ ਮਨ ਇਸ ਤਰ੍ਹਾਂ ਜੁੜ ਗਿਆ ਜਮਾ, ਫਿਰ ਪ੍ਰਾਪਤ ਕੀ ਹੋਊਗਾ? ਸਾਡੀ ਹਾਜ਼ਰੀ ਪਟਨਾ ਸਾਹਿਬ ਦੀ ਧਰਤੀ ਤੇ ਲੱਗ ਜੂਗੀ, ਜਿੱਥੇ ਬਾਲ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਅੱਜ ਵਾਲੇ ਦਿਨ ਇਸ ਧਰਤੀ ਨੂੰ ਆ ਕੇ ਭਾਗ ਲਾਏ। ਤੇ ਜਦੋਂ ਅਸੀਂ ਆਏ ਭਿੱਜ ਗਏ, ਭੁੱਲ ਗਏ ਸਭ ਕੁਝ, ਫਿਰ ਸਾਡੀ ਹਾਜ਼ਰੀ ਉੱਥੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਮਾਤਾ ਗੁਜਰੀ ਤੇ ਧੰਨ ਬਾਲ ਗੋਬਿੰਦ ਰਾਏ ਮਾਮਾ ਕਿਰਪਾਲ ਚੰਦ ਜੀ ਕੋਲ ਸਾਡੀ ਹਾਜ਼ਰੀ ਸਾਰਿਆਂ ਦੀ ਲੱਗ ਜਾਣੀ ਹੈ। ਜਿਹੜਾ ਅਸੀਂ ਨਾ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀਆਂ ਭਰੀਆਂ ਨੇ ਭਾਈ, ਸਭ ਦੀਆਂ ਹਾਜ਼ਰੀਆਂ ਮੇਰਾ ਮਾਲਕ ਆਪਣੇ ਦਰ ਤੇ ਪ੍ਰਵਾਨ ਕਰੇ। ਸਾਰੇ ਜੁੜੇ ਨਾ ਸਦੀ ਬਣ ਚਰਦਾਸ ਸੁਖਨਾਮਾ। ਪਹਿਲਾਂ ਗੁਰੂ ਦੀ ਪ੍ਰਸ਼ਾਦ ਦੇਗ, ਗੁਰੂ ਦੀ ਕਿਰਪਾ, ਪ੍ਰਸ਼ਾਦ ਨਾਮ ਕਿਰਪਾ ਦਾ ਹੁੰਦਾ, ਗੁਰੂ ਦੀ ਕਿਰਪਾ ਹੁਕਮਨਾਮੇ ਦੇ ਨਾਲ ਮੋਹਰ ਲੱਗ ਜਾਣੀ ਹੈ। ਫਿਰ ਗੁਰੂ ਜੀ ਨੇ ਪ੍ਰਸ਼ਾਦ ਦੀ ਉਹ ਕਿਰਪਾ ਰੂਪੀ ਪ੍ਰਸ਼ਾਦ ਦੇ ਦੇਣਾ ਤੇ ਫਿਰ ਜਾ ਕੇ ਚਾਹ ਪਾਣੀ ਛਕਣਾ। ਦੇਖੋ ਗੁਰੂ ਜੀ ਸਾਡੇ ਉੱਤੇ ਰੋਜ਼ ਇੰਨਾ ਦਿਆਲ ਹੁੰਦੇ ਨੇ, ਇੰਨਾ ਕਿਰਪਾ ਕਰਦੇ ਨੇ ਮਹਾਰਾਜ, ਉਹ ਕਿਰਪਾ ਦਾ ਪ੍ਰਸ਼ਾਦ ਸਾਰਿਆਂ ਨੂੰ ਦਿੰਦੇ ਨੇ, ਪਰ ਭਾਗਾ ਵਾਲੇ ਨੇ ਜਿਹੜੇ ਛਕਦੇ ਨੇ ਤੇ ਇਸ ਪ੍ਰਸ਼ਾਦ ਨਾਲ ਇੱਕ ਨਹੀਂ ਦੋ ਨਹੀਂ ਅਨੇਕਾਂ ਹੀ ਦੁੱਖ ਟੁੱਟ ਜਾਂਦੇ ਨੇ। ਪਰ ਜਦੋਂ ਮਨੁੱਖ ਇਹ ਕਰਦਾ ਨੇ ਬਸ ਇੰਨੀ ਕਦੇ ਹੀ, ਉਹ ਭਾਵੇਂ ਜਿੰਨਾ ਕੁਝ ਮਰਜ਼ੀ ਖਾ ਲਵੇ, ਪਰ ਜਦੋਂ ਦੇਗ ਦੀ ਵਾਰੀ ਆਉਂਦੀ ਬਸ ਥੋੜੀ ਜਿਹੀ ਦਿਓ। ਕਿਉਂ? ਮੈਂ ਕਈਆਂ ਨੂੰ ਪੁੱਛਿਆ ਜਦੋਂ ਦੇਗ ਵਰਤਾਉਂਦਾ ਸੀ, ਕਾਰਨ ਕੀ ਹੈ? ਕਹਿੰਦੇ ਸਾਨੂੰ ਸ਼ੂਗਰ ਹੈ। ਮੈਂ ਕਿਹਾ ਇਹਦੇ ਨਾਲ ਹੀ ਹਟ ਜੂਗੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਅਨੇਕਾਂ ਬਿਮਾਰੀਆਂ ਨੂੰ ਦੇਗ ਹਟਾਉਂਦੀ ਹੈ ਤੇ ਤੂੰ ਕਹਿੰਦਾ ਮੈਨੂੰ ਆ ਭਿਆਨਕ ਬਿਮਾਰੀ ਹੈ। ਜਦੋਂ ਪੱਬ ਵਿੱਚ ਜਾ ਕੇ, ਉਹ ਪੈਲਸਾਂ ਵਿੱਚ ਜਾ ਕੇ ਇੰਨਾ ਕੁਝ ਖਾਣਾ ਤੇ ਉਸ ਵਕਤ ਨਹੀਂ ਤੈਨੂੰ ਪਤਾ। ਪਰ ਗੁਰੂ ਦੀ ਪ੍ਰਸ਼ਾਦ ਕਿਰਪਾ ਜਿਹੜਾ ਸਭ ਨੂੰ ਇੱਕੋ ਜਿਹਾ ਵਰਤਾਇਆ ਜਾਂਦਾ ਭਾਈ। ਤੇ ਧੰਨਵਾਦਾਂ ਵਾਲੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਆਪ ਜੀ ਨੇ ਫੇਰ ਘਰਾਂ ਨੂੰ ਜਾਣਾ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ, ਸਤਿਗੁਰ ਪ੍ਰਸ਼ਾਦ ਆਨੰਦ ਪਾਇਆ ਮੇਰੀ ਮਾਏ। ਦਾ ਪਾਇਆ ਸਹਿਜ ਸਿੱਧੀ ਮਨ ਵਧੀਆਂ ਵਧਾਈਆਂ, ਅਗਰ ਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ। ਅਬ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕੈ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੁਮਰ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸੁਆਮੀ ਮਨੋ ਵਿਸਾਰੇ। ਰਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ, ਸਦਾ ਸੁਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ, ਕੈ ਨਾਨਕ ਸੱਚੇ ਸਾਹਿਬ ਕਿਉ ਨਹੀਂ ਕਰਤੇ ਰਹਿ। ਸਦਾ ਨਾਮ ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਪਰ ਸ਼ਾਂਤ ਸੁਖ ਮਨ ਆਈ ਵਸਿਆ ਜਿਨੀ ਇੱਛਾ ਸਭ ਪੁਜਾਈਆਂ। ਗੁਰਵਾਨ ਕੀਤਾ ਗੁਰੂ ਵੇਟੋ ਜਿਦੀਆਂ
ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਅਜੇ ਪੰਜ ਸ਼ਬਦ ਜਿਤ ਘਰ ਸੁਭਾਗੈ ਸਚ ਭਗੋ ਸ਼ਬਦ ਵਾਜੇ ਭਲਾ ਜਿਤ ਕਰਤਾਰੀਆ ਅੰਤ ਦੂਤ ਤੁਧ ਵਸ ਕੀਤੇ ਕਾਲ ਗੰਡਕ ਮਾਰਿਆ ਕਰਮ ਪਾਇਆ ਦੁਰਜਨ ਕੋ ਸੇਨਾ ਮਾਰ ਕੇ ਲਾਗੇ ਨਾਨਕ ਤੈ ਕੋ ਆਦਿਤ ਕਰ ਅਨਾਦ ਵਜੇ ਅਨੰਦ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰ ਦੂਸਰੇ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਬੰਦੇ ਪਨੀਤ ਕਹਤੇ ਤਵਦ ਸਤ ਗੁਰਾਈਆਂ ਭਰਪੂਰ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ